ਮੈਂ 1967 ਵਿੱਚ ਕੈਨੇਡਾ ਆਇਆ ਸੀ। ਉਦੋਂ ਮੈਂ 20 ਕੁ ਸਾਲ ਦਾ ਸੀ ਅਤੇ ਆ ਕੇ ਇੱਥੇ ਪਹਿਲਾਂ ਕੰਮ ਦੀ ਭਾਲ ਕੀਤੀ, ਜਿਹੜੀ ਕਿ ਉਦੋਂ ਇੰਨੀ ਸੁਖਾਲੀ ਨਹੀਂ ਸੀ। ਕਈ ਕਾਰਨ ਸੀ ਉਹਦੇ। ਅਤੇ ਉਹ ਸੋ ਕੰਮ ਦੀ ਸਟਰਗਲ ਜਿਹੜੀ ਉਹ ਪਹਿਲੇ 2 ਕੁ ਸਾਲ ਰਹੀ। ਫਿਰ ਮੈਨੂੰ ਬਾਹਰ ਵੀ ਮਿਲ 'ਚ ਕੰਮ ਕਰਨਾ, ਉਦੋਂ ਕੰਮ ਅਜੇ ਵੀ ਲੇਟ 60s ਦੇ ਵਿੱਚ ਆਪਣੇ ਲੋਕਾਂ ਦੇ ਲਈ ਥੋੜ੍ਹੇ ਜਿਹੇ ਥਾਂ ਸੀ ਜਿੱਥੇ ਕੰਮ ਮਿਲਦੇ ਸੀ। ਇੱਕ ਤਾਂ ਲੰਬਰ ਇੰਡਸਟਰੀ ਸੀ, ਮਿੱਲਾਂ ਦੇ ਵਿੱਚ, ਜਾਂ ਫਾਰਮਾਂ ਦੇ ਵਿੱਚ, ਅਤੇ ਜਾਂ ਕੋਈ ਉਦੋਂ ਜੈਨੀਟੋਰੀਅਲ ਕੰਮ ਜਿਹੜਾ ਉਹ ਕੁਛ ਲੋਕਾਂ ਨੇ ਸ਼ੁਰੂ ਕੀਤਾ ਸੀ, ਪਰ ਉਹ ਬਹੁਤ ਘੱਟ ਸੀ ਅਜੇ। ਸੋ ਮੇਨਲੀ ਫਾਰਮ ਅਤੇ ਸਾ ਮਿਲਸ ਹੁੰਦੀਆਂ ਸੀ। ਸੋ ਮੈਂ ਇਹਨਾਂ ਦੋਨਾਂ ਦੇ ਵਿੱਚ ਪਹਿਲਾਂ ਆਉਂਦੇ ਨਹੀਂ, ਮੈਂ ਨਵੰਬਰ 'ਚ ਆਇਆ ਸੀ, ਦਸੰਬਰ ਦੇ ਵਿੱਚ ਫਾਰਮਾਂ 'ਚ ਕੰਮ ਕੀਤਾ ਐਬਸਫੋਰਡ, ਅਤੇ ਉਹ ਤੋਂ ਬਾਅਦ 68 ਮੇਰਾ ਖਿਆਲ ਮਈ ਦੇ ਵਿੱਚ ਮੈਂ ਇੱਥੇ ਮੈਨੂੰ ਕੋਈ ਕੰਮ ਨਹੀਂ ਮਿਲਿਆ, ਅਤੇ ਫਿਰ ਮੈਂ ਬਾਹਰ ਇੱਥੋਂ ਕੈਮਲੂਪਸ ਤੋਂ ਕੋਈ 200 ਕਿਲੋਮੀਟਰ ਅੱਗੇ ਇੱਕ ਛੋਟੀ ਜਿਹੀ ਮਿੱਲ ਸੀ, ਅਬੋਲਾ ਥਾਂ ਦਾ ਨਾਂ ਸੀ। ਉੱਥੇ ਮੈਂ ਫਿਰ ਕੰਮ ਕੀਤਾ ਕੁਛ ਮਹੀਨੇ, ਅਤੇ ਫਿਰ ਮੈਨੂੰ ਇੱਥੇ ਵੈਨਕੂਵਰ, ਨਾਰਥ ਵੈਨਕੂਵਰ ਇੱਕ ਮਿੱਲ ਦੇ ਵਿੱਚ ਕੰਮ ਮਿਲ ਗਿਆ, ਅਤੇ ਉਹਦੇ 'ਚ ਕੰਮ ਕਰਦਾ ਫਿਰ ਮੈਂ ਨਾਲ ਨਾਈਟ ਸਕੂਲ ਜਾ ਕੇ ਇੰਗਲਿਸ਼ ਸਿੱਖਣ ਲੱਗ ਪਿਆ। ਮੈਨੂੰ ਪੜ੍ਹਨ ਦਾ ਸ਼ੌਕ ਸੀ, ਅਤੇ ਬੋਲਣ ਦੀ ਜਿਹੜੀ ਉਹ ਜ਼ਿਆਦਾ ਸਮੱਸਿਆ ਸੀ, ਅਤੇ ਪੜ੍ਹਨ ਲਿਖਣ ਦੇ ਵਿੱਚ ਕੋਈ ਅੰਗਰੇਜ਼ੀ ਦੀ ਏਡੀ ਜ਼ਿਆਦਾ ਸਮੱਸਿਆ ਨਹੀਂ ਸੀ, ਇੰਨੀ ਕੁ ਸਿੱਖੀ ਹੋਈ ਸੀ ਉੱਥੇ। ਪਰ ਬੋਲਣ ਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਹਿਚਕਚਾਹਟ ਹੁੰਦੀ ਸੀ, ਡਰ ਜਿਹਾ ਲੱਗਦਾ ਸੀਗਾ ਇੱਥੇ। ਸੋ ਉਸ ਵੇਲੇ ਜਿਹੜਾ ਜ਼ਿਆਦਾ ਸਮੱਸਿਆ ਸੀਗੀ, ਨਸਲਵਾਦ ਸੀ, ਪਰ ਉਹ ਇੱਕ ਜਿਹੜਾ ਮਨ ਦੇ ਵਿੱਚ ਡਰ ਸੀ ਵੀ ਇਹਨਾਂ ਲੋਕਾਂ ਦੇ ਨਾਲ ਜਿਹੜੇ ਕਿੱਦਾਂ ਗੱਲਬਾਤ ਕਰਨੀ ਆ, ਕਿੱਦਾਂ ਆਪਣੇ ਆਪ ਨੂੰ ਪੇਸ਼ ਕਰਨਾ ਆ, ਉਹ ਜਿਹੜੀਆਂ ਸਕਿੱਲਸ ਮੇਰੇ ਕੋਲ ਹੈ ਨਹੀਂ ਸੀ ਬਿਲਕੁਲ ਹੀ। ਹਾਂ, ਉਹਦੇ ਨਾਲ ਮੈਨੂੰ ਬਹੁਤ ਫ਼ਰਕ ਪਿਆ। ਇੰਗਲਿਸ਼ ਦੇ ਨਾਲ ਪੜ੍ਹਨ ਦੇ ਨਾਲ ਮੈਨੂੰ ਥੋੜ੍ਹੀ ਭਰੋਸਾ ਆ ਗਿਆ ਮੇਰੇ ਵਿੱਚ ਬੋਲਣ ਦਾ, ਅਤੇ ਫਿਰ ਮੈਂ 1970 ਦੇ ਸ਼ੁਰੂ ਦੇ ਵਿੱਚ 68 'ਚ ਮੈਂ ਉੱਥੇ ਕੰਮ ਕਰਨ ਲੱਗਾ ਸੀ। ਸੋ 2 ਕੁ ਸਾਲ ਮੈਂ ਉੱਥੇ ਕੰਮ ਕਰਦਾ ਰਿਹਾ। 1970 ਦੇ ਸ਼ੁਰੂ ਦੇ ਵਿੱਚ ਉੱਥੇ ਮੇਰੇ ਨਾਲ ਵੀਕਐਂਡ 'ਤੇ ਇੱਕ ਦੋਸਤ ਆਪਣਾ ਪੰਜਾਬੀ, ਇੱਥੋਂ ਦਾ ਨੌਜਵਾਨ ਮੁੰਡਾ ਜਿਹੜਾ ਇੱਥੋਂ ਦਾ ਜੰਮਿਆ ਪਲਿਆ ਸੀ, ਉਹ ਕੰਮ ਕਰਦਾ ਹੁੰਦਾ ਸੀ ਵੀਕਐਂਡ ਦੇ ਉੱਤੇ ਮਿੱਲ ਦੇ ਵਿੱਚ ਕਲੀਨਅਪ ਵਗੈਰਾ ਦਾ। ਅਤੇ ਉਹਨੇ ਮੈਨੂੰ ਸੁਝਾਅ ਦਿੱਤਾ ਵੀ ਤੂੰ ਪੋਸਟ ਆਫਿਸ ਦੇ ਵਿੱਚ ਜਿਹੜਾ ਉਹ ਟਰਾਈ ਕਰ ਕੰਮ ਕਰਨ ਦੀ। ਅਤੇ ਮੈਨੂੰ ਬੜਾ ਡਰ ਲੱਗਦਾ ਸੀ ਵੀ ਮੈਂ ਪੋਸਟ ਆਫਿਸ, ਮੈਂ ਜੇ ਆਪਣੇ ਆਪ ਨੂੰ ਉਸ ਲੈਵਲ 'ਤੇ ਨਹੀਂ ਸੀ ਸਮਝਦਾ। ਅਤੇ ਉਹ ਬੜੀ ਉਹਨੇ ਇੱਕ ਇੰਟਰਸਟਿੰਗ ਗੱਲ ਕੀਤੀ ਜਿਹੜੀ ਮੈਨੂੰ ਵੀ ਮੇਰੇ ਮਨ ਲੱਗ ਗਈ। ਉਹ ਕਹਿੰਦਾ ਵੀ ਜੇ ਤੈਨੂੰ ਫਰਜ਼ਕਲਾ ਨਾ ਰੱਖਣਗੇ ਤਾਂ ਤੈਨੂੰ ਉੱਥੇ ਉਹ ਕੈਦ ਥੋੜ੍ਹਾ ਕਰਨ ਲੱਗੇ ਆ, ਵੱਧ ਤੋਂ ਵੱਧ ਤੈਨੂੰ ਇਹ ਕਹਿਣਗੇ ਵੀ ਨਹੀਂ ਰੱਖਣਾ। ਮੈਨੂੰ ਇਹ ਗੱਲ ਉਹਦੀ ਚੰਗੀ ਲੱਗੀ, ਅਤੇ ਮੈਂ ਐਪਲੀਕੇਸ਼ਨ ਕਰ ਦਿੱਤੀ, ਅਤੇ ਮੈਂ ਇੰਟਰਵਿਊ 'ਤੇ ਗਿਆ, ਅਤੇ ਉਹਨੇ ਮੈਨੂੰ ਪੁੱਛਿਆ ਵੀ ਤੂੰ, ਉਦੋਂ ਮਿਲ 'ਚ ਜ਼ਿਆਦਾ ਪੈਸੇ ਮਿਲਦੇ ਸੀ, ਉਹ ਕਹਿੰਦਾ ਵੀ ਤੂੰ ਜ਼ਿਆਦਾ ਪੈਸਿਆਂ ਵਾਲੀ ਨੌਕਰੀ ਛੱਡ ਕੇ ਪੋਸਟ ਆਫਿਸ ਕਿਉਂ ਕਰਨੀ ਚਾਹੁੰਦਾ। ਮੈਂ ਕਿਹਾ ਵੀ ਮੈਂ ਪੜ੍ਹਨਾ ਚਾਹੁੰਦਾ ਹਾਂ, ਅਤੇ ਜਦੋਂ ਮੈਂ ਮਿੱਲ ਦਾ ਕੰਮ ਕਰਕੇ ਰਾਤ ਨੂੰ ਸਕੂਲੇ ਜਾਂਦਾ ਹਾਂ ਨਾਈਟ ਕਲਾਸ ਦੇ ਵਿੱਚ, ਤਾਂ ਮੈਨੂੰ ਨੀਂਦ ਆਉਂਦੀ ਹੈ ਬਹੁਤ, ਕਿਉਂਕਿ ਕੰਮ ਬਹੁਤ ਔਖਾ ਆ, ਮੇਰੇ ਤੋਂ ਪੜ੍ਹ ਨਹੀਂ ਹੁੰਦਾ। ਅਤੇ ਮੈਂ ਕਿਹਾ ਵੀ ਜੇ ਮੈਂ ਥੋੜ੍ਹਾ ਜਿਹਾ ਉਹਦੇ ਨਾਲ ਕੰਪੈਰੇਟਿਵਲੀ ਕੋਈ ਸੁਖਾਲਾ ਕੰਮ ਹੋਵੇ ਤਾਂ ਫਿਰ ਮੇਰੀ ਜਿਹੜੀ ਪੜ੍ਹਨ ਦੀ ਖਾਹਿਸ਼ ਆ ਉਹ ਸ਼ਾਇਦ ਪੂਰੀ ਹੋ ਜਾਵੇ। ਉਹਨੇ ਮੈਨੂੰ ਹੋਰ ਕੁਛ ਨਹੀਂ ਪੁੱਛਿਆ, ਉਹਨੇ ਮੈਨੂੰ ਜੋਬ ਦੇ ਦਿੱਤੀ ਪੋਸਟ ਆਫਿਸ ਦੇ ਵਿੱਚ, ਇਸ ਗੱਲ ਨਾਲ ਹੀ। ਅਤੇ ਉਹਦੇ ਨਾਲ ਫਿਰ ਮੈਂ ਪੋਸਟ ਆਫਿਸ 'ਚ ਕੰਮ ਕੀਤਾ ਤਕਰੀਬਨ 20 ਸਾਲ, 1970 ਤੋਂ ਸ਼ੁਰੂ ਤੋਂ ਲੈ ਕੇ 1990 ਤੱਕ। ਉਹ ਮੇਰਾ ਬਹੁਤ ਵਧੀਆ ਰਿਹਾ, ਜਿੱਥੇ ਤੱਕ ਮਤਲਬ ਪੜ੍ਹਾਉਣ ਦਾ ਸੰਬੰਧ ਹੈਗਾ ਆ। ਮੇਰਾ ਕਿਉਂਕਿ ਮੈਗਜ਼ੀਨ ਕਰਕੇ, ਜਾਂ ਮੇਰੀ ਪਹਿਲੀ ਕਿਤਾਬ ਜਿਹੜੀ ਮੇਰੀ 1976 ਦੇ ਵਿੱਚ ਛਪ ਗਈ ਸੀ ਕਵਿਤਾ ਦੀ। ਸੋ ਮੈਂ ਨਾਲ ਮਿਲ 'ਚ ਕੰਮ ਕਰਦਾ ਸੀ, ਤਕਰੀਬਨ ਕਵਿਤਾ ਲਿਖਣ ਲੱਗ ਪਿਆ ਸੀ। ਪਹਿਲੀ ਮੇਰੀ ਕਵਿਤਾ 1973 ਦੇ ਵਿੱਚ ਨਾਗਮਣੀ ਦੇ ਵਿੱਚ ਛਪੀ ਸੀ। ਸੋ ਉਹਦੇ ਨਾਲ ਮੇਰਾ ਲਿਖਣ ਦਾ ਪ੍ਰੋਸੈਸ ਵੀ ਜਿਹੜਾ ਨਾਲ ਚੱਲਦਾ ਸੀ। ਅਤੇ ਸੋ ਮੇਰੀ ਪੰਜਾਬੀ ਦੇ ਲਈ ਜਿਹੜੀ ਮੇਰੇ ਮਨ ਦੇ ਵਿੱਚ ਇੱਕ ਖਾਹਿਸ਼ ਸੀ ਕੰਮ ਕਰਨ ਦੀ। ਮੈਂ ਪੋਸਟ ਆਫਿਸ 'ਚ ਕੰਮ ਕਰਦਾ ਰਿਹਾ, ਮੇਰਾ ਖਿਆਲ ਸ਼ਾਇਦ 2 ਕੁ ਸਾਲ, ਜਦੋਂ ਮੈਂ UBC ਜਾਣ ਲੱਗਾ 88 ਦੇ ਵਿੱਚ, ਅਤੇ 90 ਦੇ ਵਿੱਚ ਮੈਂ ਉਹ ਕੰਮ ਛੱਡਿਆ ਪੋਸਟ ਆਫਿਸ ਦਾ ਜਿਹੜਾ ਪਾਰਟ ਟਾਈਮ ਕਰਦਾ ਸੀ। ਸੋ ਮੈਨੂੰ ਉੱਥੋਂ ਬਹੁਤ ਥੋੜ੍ਹੇ ਪੈਸੇ ਮਿਲਦੇ ਸੀ UBC ਤੋਂ, ਸਿਰਫ ਆਈ ਥਿੰਕ $5400-5500 8 ਮਹੀਨਿਆਂ ਦਾ, ਅਤੇ ਮੈਂ ਉਹ ਮਤਲਬ ਉਹਦੇ ਨਾਲ ਹੀ ਮੈਂ ਖੁਸ਼ ਸੀਗਾ, ਕਿਉਂਕਿ ਮੇਰੇ ਮਨ ਦਾ ਉਹ ਕੰਮ ਸੀਗਾ। ਅਤੇ ਬਾਅਦ ਦੇ ਵਿੱਚ ਵੀ ਐਂਡ ਤੱਕ ਜਦੋਂ ਮੈਂ ਕੰਮ ਛੱਡਿਆ ਹੈਗਾ 2008 ਦੇ ਵਿੱਚ, ਉਦੋਂ ਵੀ ਮੈਂ ਜਿਹੜਾ ਸੈਸ਼ਨਲ ਲੈਕਚਰਰ ਜਿਹਨੂੰ ਉਹ ਕਹਿੰਦੇ ਹੈਗੇ, ਆਈ ਵਾਜ਼
ਮੈਨੂੰ ਹਾਇਰ ਕਰਦੇ ਸੀਗੇ ਸਤੰਬਰ ਦੇ ਵਿੱਚ ਅਤੇ ਫਾਇਰ ਕਰ ਦਿੰਦੇ ਸੀਗੇ ਅਪ੍ਰੈਲ ਦੇ ਵਿੱਚ। ਅਤੇ ਮੇਰਾ ਉੱਥੇ ਕੋਈ ਰੈਕਡ ਨਹੀਂ ਹੈ ਕਿਸੇ ਕਿਸਮ ਦਾ ਵੀ ਮੈਂ ਮਤਲਬ ਵੀ ਮੈਂ ਉੱਥੇ ਸੀਗਾ ਇੰਸਟਰਕਟਰ ਜਾਂ ਫੈਕਲਟੀ ਦਾ ਮੈਂਬਰ, ਕਿਉਂਕਿ ਮੈਨੂੰ ਉਹ ਹਾਇਰ ਫਾਇਰ ਕਰਦੇ ਰਹੇ ਉਦੋਂ ਤੱਕ, ਅਤੇ ਨਾ ਮੈਨੂੰ ਕੋਈ ਬੈਨੀਫਿਟ ਮਿਲਦੇ ਸੀਗੇ ਕਿਸੇ ਕਿਸਮ ਦੇ ਵੀ। ਮੈਂ ਅਨਪਲਾਇਡ ਲੈ ਲੈਂਦਾ ਸੀ, ਇੱਕ ਦੋ ਵਾਰੀ ਮੈਂ ਲਿਆ ਗਰਮੀਆਂ ਦੇ ਵਿੱਚ, ਨਹੀਂ ਤਾਂ ਮਤਲਬ ਆਈ ਵਾਜ਼ ਅਨਪਲਾਇਡ ਫॉर 4 ਮੰਥਸ। ਨਹੀਂ, ਕੋਈ ਬਿਲਕੁਲ ਨਹੀਂ ਆਈਆਂ। ਡਾਕਟਰ ਓਬਰਾਏ ਦੇ ਨਾਲ ਮੈਂ ਕੰਮ ਕਰਦਾ ਸੀ ਸ਼ੁਰੂ ਦੇ ਵਿੱਚ, ਉਹ ਪੜ੍ਹਾਉਂਦਾ ਸੀ ਅਤੇ ਮੈਂ ਟੀਚਰ ਸੀ ਪਹਿਲੇ ਸ਼ਾਇਦ 1 ਜਾਂ 2 ਸਾਲ। ਐਕਚੁਅਲੀ 90 ਜਾਂ 91 ਦੇ ਵਿੱਚ ਹੀ ਮੈਂ ਆਪ ਜਿਹੜੇ ਉਹ ਕੋਰਸ ਪੜ੍ਹਾਉਣ ਲੱਗ ਪਿਆ ਸੀਗਾ। ਅਤੇ ਉਹ ਤੋਂ ਬਾਅਦ ਮਤਲਬ ਦੂਜਾ ਇਹ ਸੀਗਾ ਵੀ ਸਾਡੇ ਕੋਲ ਉਦੋਂ ਮਟੀਰੀਅਲ ਨਹੀਂ ਸੀਗਾ, ਮਤਲਬ ਪੜ੍ਹਾਉਣ ਵਾਲਾ ਪ੍ਰੋਪਰ ਜਿਹੜਾ, ਉਹ ਸਾਰਾ ਤਕਰੀਬਨ ਮੈਂ ਤਿਆਰ ਕੀਤਾ ਉੱਥੇ। ਕੁਛ ਡਾਕਟਰ ਓਬਰਾਏ ਨੇ ਵੀ ਸ਼ੁਰੂ ਦੇ ਵਿੱਚ ਮਦਦ ਕੀਤੀ। ਸੋ ਉਹ ਜਿਹੜਾ ਸੀਗਾ ਮਤਲਬ ਮੇਰੇ ਲਈ ਇਹ ਵਧੀਆ ਗੱਲ ਸੀਗੀ ਕਿ ਉੱਥੇ ਹੋਰ ਕੋਈ ਪੰਜਾਬੀ ਦਾ ਹੈ ਨਹੀਂ ਸੀ, UBC ਮਤਲਬ ਜਿਹੜਾ ਕੋਈ ਜਾਣਦਾ ਹੋਵੇ ਜਾਂ ਕੋਈ। ਸੋ ਮੈਂ ਬਿਲਕੁਲ ਇੰਡੀਪੈਂਡੈਂਟ ਸੀਗਾ, ਆਜ਼ਾਦ ਸੀਗਾ, ਮੈਂ ਕੁਛ ਵੀ ਜਿਹੜਾ ਉਹ ਕਲਾਸ ਦੇ ਵਿੱਚ ਟਰਾਈ ਕਰਨੇ ਨੂੰ। ਸੋ ਮੈਂ ਹੌਲੀ ਹੌਲੀ ਜਿਹੜੀਆਂ ਮਤਲਬ ਕਿਤਾਬਾਂ 2-3 ਤਿਆਰ ਕੀਤੀਆਂ, ਉਹ ਹੌਲੀ ਹੌਲੀ ਪ੍ਰੈਕਟਿਸ ਦੇ ਨਾਲ ਕੀਤੀਆਂ। ਜਿਹੜੀ ਕੋਈ ਚੀਜ਼ ਕੰਮ ਕੀਤੀ ਕਲਾਸ ਦੇ ਵਿੱਚ ਉਹ ਰੱਖ ਲਈ, ਜਿਹੜੀ ਨਹੀਂ ਕੀਤੀ ਉਹ ਤਾਂ ਮੈਂ ਤਕਰੀਬਨ ਉਹ ਬਦਲਦਾ ਰਹਿੰਦਾ ਸੀ ਹਰ ਸਾਲ, ਕੁਛ ਨਾ ਕੁਛ ਉਹਦੇ ਵਿੱਚ ਨਵੀਆਂ ਮਤਲਬ ਛੋਟੇ ਲੇਖ ਲਿਖ ਕੇ ਜਾਂ ਕਹਾਣੀਆਂ। ਸੋ ਉਹਦੇ ਨਾਲ ਜਿਹੜੀ ਮੈਨੂੰ ਮਤਲਬ ਉਹ ਉੱਥੇ ਆਜ਼ਾਦੀ ਸੀਗੀ ਜੋ ਕੁਛ ਵੀ ਟਰਾਈ ਕਰਨ ਦੀ, ਉਹ ਮੇਰੇ ਲਈ ਖੁਸ਼ੀ ਦਾ। ਸੋ ਮੈਨੂੰ ਕੋਈ ਸਮੱਸਿਆ ਉੱਦਾਂ ਨਹੀਂ ਆਈ ਕੋਈ ਵੀ। ਇੰਨਾ ਸੀਗਾ ਵੀ ਮੈਂ ਕੋਈ ਉੱਥੇ ਹੈ ਨਹੀਂ ਸੀ ਕੁਛ ਵੀ। UBC ਜਿਹੜਾ ਡਿਪਾਰਟਮੈਂਟ ਆਫ ਏਸ਼ੀਅਨ ਸਟੱਡੀਜ਼ ਦੇ ਵਿੱਚ, UBC 'ਚ ਤਾਂ ਕੀ ਉਹ ਡਿਪਾਰਟਮੈਂਟ ਆਫ ਏਸ਼ੀਅਨ ਸਟੱਡੀਜ਼ ਦੇ ਵਿੱਚ ਵੀ ਮੇਰਾ ਕੋਈ ਨਾਂ ਥਾਂ ਨਹੀਂ ਸੀਗਾ। ਪੰਜਾਬੀ ਦਾ ਸੀਗਾ ਬੰਦਾ ਜਿਹੜਾ ਮਤਲਬ ਉਹ ਇੱਕ TA ਅੰਗ, ਉਹ ਮੈਨੂੰ ਹਾਇਰ ਕਰ ਲੈਂਦੇ ਸੀ, ਬਾਹਰ ਕਰ ਦਿੰਦੇ ਸੀਗੇ। ਸੋ ਆਈ ਡਿਡਨਟ ਰੀਅਲੀ ਫਿਟ ਇਨ ਐਨੀਵੇਅਰ। ਅਤੇ ਉਹ ਕਦੇ ਕਦੇ ਮੈਨੂੰ ਇਹ ਚੀਜ਼ ਬਾਦਰ ਕਰਦੀ ਸੀ, ਪਰ ਕਦੇ ਕਦੇ। ਉਸ ਵੇਲੇ ਸ਼ੁਰੂ ਦੇ ਵਿੱਚ ਅਸੀਂ ਜਿਹੜੀ ਇੱਕ ਸ਼ੁਰੂ ਕਰਨ ਲਈ ਪੰਜਾਬੀ ਜਿਹੜੀ ਆਪਾਂ ਉੱਥੋਂ 1 or 2 ਉਹਨੂੰ ਕਹਿੰਦੇ ਹਾਂ, ਜਿਹੜੀ ਇੰਟਰੋਡਕਟਰੀ ਕਲਾਸ ਆ, ਉਹਦੇ ਲਈ ਇੱਥੇ ਗਿਆਨੀ ਕੇਸਰ ਸਿੰਘ ਨਾਵਲਿਸਟ ਸੀਗੇ ਸਾਡੇ, ਉਹਨਾਂ ਨੇ ਇੱਕ ਕਿਤਾਬ ਤਿਆਰ ਕੀਤੀ ਸੀ ਛੋਟੀ, ਜਿਹਦੇ ਵਿੱਚ ਮਤਲਬ 35 ਜਾਂ ਜਿਹੜਾ ਸਿਖਾਲਣ ਦੇ ਲਈ। ਸ਼ੁਰੂ ਦੇ ਵਿੱਚ ਅਸੀਂ ਉਹ ਵਰਤੀ, ਮੇਰਾ ਖਿਆਲ ਸਾਲ ਜਾਂ 1.5 ਸਾਲ। ਅਤੇ ਉਹ ਤੋਂ ਬਾਅਦ ਮਤਲਬ ਉਹ ਥੋੜ੍ਹੀ ਜਿਹੀ ਉਹਦੇ ਨਾਲ ਸਮੱਸਿਆ ਵੀ ਆਉਂਦੀ ਸੀ, ਕਿਉਂਕਿ ਉਹਨਾਂ ਨੇ ਉਹ ਇੱਕ ਵੱਖਰੇ ਮਤਲਬ ਲੈਵਲ ਦੇ, ਜਿਵੇਂ ਫਟਕਲਾ ਛੋਟੇ ਬੱਚਿਆਂ ਦੇ ਲਈ ਪੜ੍ਹਾਉਣ ਲਈ ਉਹਨਾਂ ਨੇ ਉਹ ਤਿਆਰ ਕੀਤੀ ਸੀਗੀ। ਅਤੇ ਜਿਹੜੇ UBC ਸਟੂਡੈਂਟ ਸੀਗੇ, ਉਹ ਮੈਚੋਰ ਸਟੂਡੈਂਟ ਸੀ, ਉਹਨਾਂ ਨੂੰ ਉਹ ਪੂਰੀ ਤਰ੍ਹਾਂ ਉਹ ਕੰਮ ਨਹੀਂ ਸੀ ਕਰਦੀ। ਅਤੇ ਸੋ ਉਹਦੇ ਲਈ ਜਿਹੜੀ ਉਹ ਉਦੋਂ ਹੀ ਮੈਂ ਮਤਲਬ ਸ਼ੁਰੂ ਦੇ ਵਿੱਚ ਹੀ ਉਹ ਤਕਰੀਬਨ ਤਿਆਰ ਕਰਨੀ ਸ਼ੁਰੂ ਕਰ ਦਿੱਤੀ। ਸੋ ਜਿਹੜੀਆਂ ਇਸ ਕਿਸਮ ਦੀਆਂ ਕਿਤਾਬਾਂ ਸੀ, ਕੁਛ ਇੱਕ ਹੋਰ ਕਿਤਾਬਾਂ ਸੀਗੀਆਂ, ਇੱਕ ਇੰਗਲੈਂਡ ਤੋਂ ਸੀਗੇ, ਉਹਨਾਂ ਦੀਆਂ ਉੱਥੇ ਜਿਹੜੀਆਂ ਉਹਨਾਂ ਨੇ ਪੜ੍ਹਾਉਣ ਲਈ ਕੀਤੀਆਂ, ਉਹਨਾਂ ਵੱਲੋਂ ਦੇਖ ਕੇ। ਇੱਕ ਅਮਰੀਕਾ ਤੋਂ ਸੀ ਡਾਕਟਰ ਵੇਦ ਵਟਕ, ਉਹਨਾਂ ਦੀ ਇੱਕ ਕਿਤਾਬ ਸੀ, ਉਹਨਾਂ ਨੇ ਪੰਜਾਬੀ ਪੜ੍ਹਾਉਣ ਲਈ ਕੀਤੀ। ਇੱਦਾਂ ਹੀ ਇੱਕ ਜਾਪਾਨੀ ਬੰਦਾ ਸੀ, ਕੀ ਉਹਦਾ ਨਾਂ, ਉਹਨੇ ਇੱਕ ਖੁਦ ਪੰਜਾਬੀ ਪੜ੍ਹੀ ਸੀ, ਔਰ ਪੰਜਾਬੀ ਪੜ੍ਹਾਉਣ ਦੇ ਲਈ ਉਹਨੇ ਜਾਪਾਨੀਆਂ ਨੂੰ ਕਿਤਾਬਾਂ 2 ਤਿਆਰ ਕੀਤੀਆਂ ਸੀਗੀਆਂ। ਉਹਨਾਂ ਕਿਤਾਬਾਂ ਤੋਂ ਵੀ ਮਤਲਬ ਜਿਹੜੀ ਯਾਨੀ ਕਿ ਇਸ ਕਿਸਮ ਦੀਆਂ ਬਾਹਰ ਕੋਸ਼ਿਸ਼ ਹੋਈਆਂ, ਖਾਸ ਤੌਰ 'ਤੇ ਉਹਨਾਂ ਤੋਂ। ਸੋ ਉਹਨਾਂ ਤੋਂ ਲੈ ਕੇ ਜਿਹੜੀ ਮਤਲਬ ਤੁਸੀਂ ਕਹਿ ਸਕਦੇ ਸੇਧ ਲੈ ਕੇ, ਇੱਥੋਂ ਦੇ ਮੁਤਾਬਕ ਜਿਹੜੀਆਂ ਉਹ ਚੀਜ਼ਾਂ ਫਰਕ ਕਰੋ, ਜਿਹੜੀ ਇੱਕ ਤਾਂ ਊੜੇ ਆੜੇ ਤੋਂ ਬਾਅਦ, ਜਿਹੜੀ 35 ਤੋਂ ਬਾਅਦ ਜਿਹੜੇ ਛੋਟੇ ਛੋਟੇ ਵਾਕ ਲਿਖਣੇ ਆ, ਉਹ ਮਤਲਬ ਇੱਥੇ ਕਿਹੜੀ ਚੀਜ਼ ਜਿਹੜੀ ਸਟੂਡੈਂਟਸ ਨੂੰ ਇੰਟਰਸਟ ਕਰੂਗੀ, ਉਹ ਮਨ 'ਚ ਹੁੰਦਾ ਸੀਗਾ। ਉਹ ਸਾਰੇ ਤਕਰੀਬਨ ਫਿਰ ਮਤਲਬ ਉਹ ਵਿਆਕਰਨ ਦੇ ਹਿਸਾਬ ਨਾਲ, ਜਿਹੜੀ ਵੀ ਵਿਆਕਰਨ ਦੀ ਕੋਈ ਚੀਜ਼ ਕਲਾਸ ਦੇ ਵਿੱਚ ਉਹਨਾਂ ਨੂੰ ਦੱਸਣੀ ਆ, ਉਹਦੇ ਮੁਤਾਬਕ ਫਿਰ ਉਸ ਕਿਸਮ ਦੇ ਜਿਹੜੇ ਉਹ ਛੋਟੇ ਛੋਟੇ ਵਾਕ ਜਿਹੜੇ ਉਹ ਮੈਂ ਆਪ ਲਿਖੇ, ਉਹ ਲੈਸਨ ਤਿਆਰ ਕੀਤੇ। ਉਹ ਤਕਰੀਬਨ ਬਦਲਦੇ ਰਹੇ ਅਸੀਂ ਕਾਫੀ ਦੇਰ। ਮੇਨਲੀ ਸ਼ੁਰੂ ਦੇ ਵਿੱਚ ਤਾਂ ਉਹ ਬੱਚੇ ਲੈਂਦੇ ਸੀਗੇ ਜਿਨ੍ਹਾਂ ਦੇ ਘਰ ਦੇ ਉਹਨਾਂ ਨੂੰ ਇੰਟਰਸਟ ਕਹਿੰਦੇ ਸੀ। ਮਤਲਬ ਉਹ ਮੇਨ ਕਾਰਨ ਉਹਨਾਂ ਦਾ ਜਿਹੜਾ ਇੰਸਪੀਰੇਸ਼ਨ ਉਹਨਾਂ ਨੂੰ ਘਰਦਿਆਂ ਕੋਲੋਂ ਮਿਲਦਾ ਸੀ ਵੀ ਪੰਜਾਬੀ, ਕਿਉਂਕਿ ਉੱਦਾਂ ਮਤਲਬ ਕੋਈ ਪੰਜਾਬੀ ਦਾ ਐਡਾ ਉਸ ਕਿਸਮ ਦਾ ਪੜ੍ਹਨ ਦਾ ਮਾਹੌਲ ਨਹੀਂ ਸੀ। ਦੂਜਾ ਇਹ ਸੀ ਵੀ ਉਹਨਾਂ ਨੂੰ ਜਿਹੜੀ ਪੰਜਾਬੀ UBC ਸ਼ੁਰੂ ਦੇ ਵਿੱਚ ਹੀ ਉਹ ਉਹਨਾਂ ਨੂੰ ਉਹਦੀ ਉਹ
ਕ੍ਰੈਡਿਟ ਜਿਹੜਾ ਚਾਹੀਦਾ ਸੀਗਾ, ਮਤਲਬ ਜਿੰਨੇ ਉਹਨਾਂ ਨੂੰ 6 ਕ੍ਰੈਡਿਟ ਜਾਂ ਮੇਰੇ ਖਿਆਲ 6 ਚਾਹੀਦੇ ਸੀ, ਸ਼ਾਇਦ 12 ਸੌਰੀ, ਉਹ 2 ਸਾਲਾਂ 'ਚ ਉਹਨਾਂ ਨੂੰ ਮਿਲ ਜਾਂਦੇ ਸੀ। ਅਤੇ ਪੰਜਾਬੀ ਉਹਨਾਂ 'ਚੋਂ ਬਹੁਤਿਆਂ ਨੂੰ ਬੋਲਣੀ ਆਉਂਦੀ ਸੀ, ਥੋੜ੍ਹੇ ਵਾਲੇ ਪੜ੍ਹ ਵੀ ਲੈਂਦੇ ਸੀਗੇ, ਸੋ ਉਹਨਾਂ ਨੂੰ ਉਹ ਸਿਖਾਲੀ ਲੱਗਦੀ ਸੀਗੀ। ਅਤੇ ਸ਼ੁਰੂ ਦੇ ਵਿੱਚ ਕੋਈ ਇੰਨੇ ਜ਼ਿਆਦਾ ਬੱਚੇ ਇਸ ਕਿਸਮ ਦੇ ਨਹੀਂ ਆਏ, ਸਟੂਡੈਂਟ ਇਸ ਕਿਸਮ ਦੇ ਨਹੀਂ ਆਏ ਜਿਹੜੇ ਐਕਚੁਅਲੀ ਪੰਜਾਬੀ ਦੇ ਵਿੱਚ ਦਿਲਚਸਪੀ ਰੱਖਦੇ ਹੋਣ, ਵੀ ਮਤਲਬ ਅਸੀਂ ਪੜ੍ਹ ਕੇ ਪੰਜਾਬੀ ਦੇ ਵਿੱਚ ਅਸੀਂ ਸਾਹਿਤ ਪੜ੍ਹਨਾ ਜਾਂ ਲਿਖਣਾ, ਕੋਈ ਇੱਦਾਂ ਦੀ ਗੱਲਬਾਤ ਨਹੀਂ ਸੀ। ਸੋ ਮੇਨਲੀ ਉਹਨਾਂ ਦੇ ਘਰਦਿਆਂ ਵੱਲੋਂ ਉਹਨਾਂ ਨੂੰ ਇਸ ਗੱਲ ਦੀ ਮਤਲਬ ਕਿਹਾ ਵੀ ਤੁਸੀਂ ਪੜ੍ਹੋ, ਅਤੇ ਦੂਜਾ ਉਹਨਾਂ ਨੂੰ ਉਹ ਫਰੈਂਚ ਜਾਂ ਸਪੈਨਿਸ਼ ਜਾਂ ਜਰਮਨ ਜਾਂ ਹੋਰ ਕੋਈ ਲੈਂਗੁਏਜ ਲੈਣ ਨਾਲੋਂ ਉਹ ਸਿਖਾਲੀ ਲੱਗਦੀ ਸੀ ਜਦੋਂ ਪੰਜਾਬੀ ਉੱਥੇ ਲੱਗ ਗਈ। ਪਹਿਲਾਂ ਮਤਲਬ ਪੰਜਾਬੀ ਨਹੀਂ ਸੀ, 87 88 ਤੋਂ ਪਹਿਲਾਂ ਹਿੰਦੀ, ਸੰਸਕ੍ਰਿਤ ਅਤੇ ਉਰਦੂ ਸੀਗੇ। ਨਹੀਂ, ਇੱਕ ਤਾਂ ਜਿਹੜੀਆਂ ਮੈਂ ਚੀਜ਼ਾਂ ਉਹਦੇ 'ਚ ਲਿਖੀਆਂ, ਉਹ ਕੁਛ ਉਹਨਾਂ 'ਚੋਂ ਕਨੇਡੀਅਨ ਇੰਟਰਸਟ ਵਾਲੀਆਂ ਸੀਗੀ, ਜਿਵੇਂ ਫਰਜ਼ੀਲਾ ਕਾਮਾਗਾਟਾ ਮਾਰੂ ਬਾਰੇ, ਜਾਂ ਕੁਛ ਜਿਹੜੀਆਂ ਇਸ ਕਿਸਮ ਦੀਆਂ ਕਵਿਤਾਵਾਂ ਉਹਨਾਂ ਨੂੰ ਮੈਂ ਮਤਲਬ ਪੜ੍ਹਾਉਂਦਾ ਜਾਂ ਸੁਣਾਉਂਦਾ ਸੀ, ਉਹ ਇੱਥੋਂ ਬਾਰੇ ਹੁੰਦੀਆਂ ਸੀਗੀਆਂ। ਦੂਜਾ ਜਿਹੜੀ ਕਲਾਸ ਦੇ ਵਿੱਚ ਜਿੰਨਾ ਚਿਰ ਮੈਂ ਮਤਲਬ ਉੱਥੇ ਕਰਦਾ ਰਿਹਾ, ਉਹ ਇਸ ਕਰਕੇ ਕਲਾਸ ਉਦੋਂ ਇਹ ਵੱਖਰਾ ਟਿਊਟੋਰੀਅਲ ਨਹੀਂ ਸੀਗਾ, ਮਤਲਬ ਸਿਰਫ ਉਹ ਕਲਾਸ ਦੇ 3 ਘੰਟੇ ਹੁੰਦੇ ਸੀਗੇ, ਅਤੇ ਉਹ ਮੈਂ ਹੀ ਮਤਲਬ ਕਰਦਾ ਸੀ। ਟੀ ਏ ਵੀ ਬਹੁਤੀ ਵਾਰੀ ਜਿਹੜੇ ਉਹ ਮਾਰਕਸ ਵਗੈਰਾ ਮੇਰੀ ਹੈਲਪ ਕਰਦੇ ਸੀ, ਉੱਦਾਂ ਕਲਾਸ ਦੇ ਵਿੱਚ ਉਹ ਵੱਖਰੀ ਕਲਾਸ ਨਹੀਂ ਸੀ ਲੈਂਦੇ। ਅਤੇ ਸੋ 3 ਘੰਟੇ ਮੈਂ ਤਕਰੀਬਨ ਉਹਨਾਂ ਨਾਲ ਬਿਤਾਉਂਦਾ ਸੀਗਾ, ਮਤਲਬ ਹਫਤੇ ਦੇ, ਅਤੇ ਉਹਦੇ ਵਿੱਚ ਮਤਲਬ ਮੈਂ ਕਾਫੀ ਸਮਾਂ ਫਿਰ ਆਲੇ ਦੁਆਲੇ ਦੀ ਗੱਲਬਾਤ ਕਰ ਲੈਂਦਾ, ਡਿਸਕਸ਼ਨ, ਅਤੇ ਉਹ ਬਹੁਤੀ ਵਾਰੀ ਅੰਗਰੇਜ਼ੀ 'ਚ ਹੁੰਦੀ ਸੀਗੀ। ਇਹ ਮੇਰੇ ਇੱਕ ਹਮੇਸ਼ਾ ਮੇਰੇ ਰੜਕਦੀ ਰਹੀ ਗੱਲ, ਵੀ ਮੈਂ ਬਹੁਤਾ ਸਮਾਂ ਕਲਾਸ ਦੇ ਵਿੱਚ ਜਿਹੜੀ ਗੱਲਬਾਤ ਕਰਦਾ ਰਿਹਾ, ਉਹ ਅੰਗਰੇਜ਼ੀ ਦੇ ਵਿੱਚ ਹੀ ਅਸੀਂ ਕਰਦੇ ਰਹੇ, ਕਿਉਂਕਿ ਉਹ ਪੰਜਾਬੀ ਦੇ ਵਿੱਚ ਉਸ ਲੈਵਲ 'ਤੇ ਉਹ ਅਜੇ ਨਹੀਂ ਸੀ ਮਹਿਸੂਸ ਕਰਦੇ ਕਿ ਉਹ ਡਿਸਕਸ਼ਨ ਵਗੈਰਾ ਕਰ ਸਕਦੇ। ਹੁਣ ਕਾਫੀ ਉਹਦੇ ਨਾਲੋਂ ਫਰਕ ਹੈਗਾ, ਕਿ ਹੁਣ ਪੰਜਾਬੀ ਜ਼ਿਆਦਾ ਲੋਕ ਬੋਲਦੇ ਹੈਗੇ ਆ, ਸੁਣਦੇ ਆ, ਬਹੁਤ ਮੀਡੀਆ ਹੈਗਾ ਆਲੇ ਦੁਆਲੇ ਹਰ ਕਿਸਮ ਦਾ। ਉਦੋਂ ਇੰਨਾ ਨਹੀਂ ਸੀਗਾ, ਉਦੋਂ ਮਤਲਬ 1-2 ਰੇਡੀਓ ਹੁੰਦੇ ਸੀ ਵੱਧ ਤੋਂ ਵੱਧ, ਅਤੇ ਉਹ ਟੈਲੀਵਿਜ਼ਨ ਦਾ ਸਿਰਫ ਇੱਕ ਪ੍ਰੋਗਰਾਮ ਹੁੰਦਾ ਸੀਗਾ ਵੀਕਲੀ, ਅਤੇ ਸੋ ਇਸ ਕਿਸਮ ਦਾ ਮੀਡੀਆ ਦੇ ਵਿੱਚ ਬਿਲਕੁਲ ਪੰਜਾਬੀ ਨਹੀਂ ਸੀ ਸੁਣਨ ਦੇਖਣ ਨੂੰ ਮਿਲਦੀ। ਸੋ ਉਹਨਾਂ ਨੂੰ ਮਤਲਬ ਉਹ ਡਿਸਕਸ਼ਨ ਆਲੇ ਦੁਆਲੇ ਫਿਰ ਵੱਖਰੇ ਵੱਖਰੇ ਜਿਹੜੇ ਟੋਪਿਕ ਉਸ ਵੇਲੇ ਕੰਟੈਂਪਰੇਰੀ, ਚਾਹੇ ਉਹ ਕਮਿਊਨਿਟੀ ਨਾਲ ਸੰਬੰਧਿਤ ਹੋਣ, ਚਾਹੇ ਉਹ ਹਿਸਟਰੀ ਨਾਲ ਜਾਂ ਹੋਵੇ ਇਸ ਕਿਸਮ ਦੇ, ਉਹ ਅਸੀਂ ਕਰਦੇ ਰਹਿੰਦੇ ਸੀਗੇ। ਅਤੇ ਨਾਲ ਫਿਰ ਤਕਰੀਬਨ ਉਹਨਾਂ ਦਾ ਅੱਧ ਕੁ ਜਿਹੜਾ ਉਹ ਸਕਿੱਟ ਵਗੈਰਾ ਜਿਹੜੇ ਕਲਾਸ ਦੇ ਵਿੱਚ ਉਹ ਆਪ ਕਰਦੇ ਸੀਗੇ, ਸ਼ੁਰੂ ਦੇ ਵਿੱਚ ਛੋਟੇ ਛੋਟੇ, ਪਰ ਬਾਅਦ ਦੇ ਵਿੱਚ ਫਿਰ ਇੱਕ ਮੇਨ ਜਿਹੜਾ ਉਹਨਾਂ ਦਾ ਬਣ ਜਾਂਦਾ ਸੀ ਉਹ ਸਕਿੱਟ ਸੀ। ਅਤੇ ਉਹ ਸ਼ੁਰੂ ਦੇ ਵਿੱਚ ਤਕਰੀਬਨ 90s ਦੇ ਵਿੱਚ ਜਿਹੜੇ ਸਕਿੱਟ, ਉਹ ਉਹਨਾਂ 'ਤੇ ਬਹੁਤ ਉਹ ਇੰਟਰਸਟ ਲੈਂਦੇ ਸੀਗੇ ਸਟੂਡੈਂਟਸ, ਜਿਹੜੇ ਕਈ ਉਹਨਾਂ ਨੇ ਅੱਧੇ ਅੱਧੇ ਘੰਟੇ ਦੇ ਵੀ ਉਹ ਮਤਲਬ ਨਾਟਕ ਤਿਆਰ ਕਰਕੇ ਉਹਦੇ 'ਚ ਪੇਸ਼ ਕੀਤੇ, ਔਰ ਬਹੁਤ ਜ਼ਿਆਦਾ ਦਿਲਚਸਪੀ ਨਾਲ। ਕੁਛ ਉਦੋਂ ਰਿਕਾਰਡ ਨਹੀਂ ਹੋਏ ਉਹ, ਪਰ ਜੇ ਉਹ ਰਿਕਾਰਡ ਹੋਏ ਹੁੰਦੇ ਤਾਂ ਸ਼ਾਇਦ ਉਹ ਵੀ ਐਕਚੁਅਲੀ ਗਾਹਾਂ ਦੀਆਂ ਕਲਾਸਾਂ ਲਈ ਵਰਤੇ ਜਾ ਸਕਦੇ ਸੀਗੇ। ਇੱਕ ਤਾਂ ਮੈਗਜ਼ੀਨ ਰਾਹੀਂ ਵੀ, ਦੂਜਾ ਤਕਰੀਬਨ ਮਤਲਬ ਸ਼ੁਰੂ ਤੋਂ ਹੀ ਪੰਜਾਬੀ ਬੋਲੀ ਨੂੰ ਮੇਰੇ ਮਨ 'ਚ ਖਾਸ ਸੀ, ਉਹਦੇ ਲਈ ਭਈ ਜਿਹੜੇ ਇੱਥੋਂ ਦੀ ਗਾਹਾਂ ਦੀ ਜਨਰੇਸ਼ਨ ਹੈ, ਉਹ ਪੰਜਾਬੀ ਪੜ੍ਹੇ, ਪੰਜਾਬੀ ਨਾਲ ਜੁੜੇ, ਪੰਜਾਬੀ ਸਾਹਿਤ ਨਾਲ ਜੁੜੇ। ਸੋ ਜਿਹੜੀ ਵੀ ਕੋਈ ਆਲੇ ਦੁਆਲੇ ਕਿਸੇ ਕਿਸਮ ਦੀ ਕੋਈ ਕੋਸ਼ਿਸ਼ ਹੁੰਦੀ ਸੀ, ਮੈਂ ਉਹਦੇ 'ਚ ਇਨਵੋਲਵ ਹੁੰਦਾ ਸੀਗਾ। ਮੈਨੂੰ ਯਾਦ ਹੈ 1994 ਦੇ ਵਿੱਚ ਕੁਛ ਦੋਸਤਾਂ ਨੇ ਇੱਕ ਜਥੇਬੰਦੀ ਬਣਾਈ, ਅਤੇ ਉਹਨਾਂ ਨੇ ਪੰਜਾਬੀ, ਉਹ ਕਹਿੰਦੇ ਵੀ ਪੰਜਾਬੀ ਬਾਰੇ ਗੱਲਬਾਤ ਕਰਨੀ ਆ, ਇਹਨੂੰ ਇੱਥੇ ਪੜ੍ਹਾਇਆ ਜਾਣਾ ਚਾਹੀਦਾ ਹੈ। ਅਤੇ ਮੈਨੂੰ ਵੀ ਉਹਨਾਂ ਨੇ ਕਿਹਾ, ਅਤੇ ਮੈਂ ਉਦੋਂ ਇੱਕ ਛੋਟਾ ਜਿਹਾ ਲੇਖ ਲਿਖਿਆ, ਜਿਹੜਾ ਪਹਿਲਾ ਮੈਂ ਸਮਝਦਾ ਮੇਰਾ ਲੇਖ ਸੀਗਾ ਪੰਜਾਬੀ ਬੋਲੀ ਬਾਰੇ, 1994 ਦੇ ਵਿੱਚ। ਅਤੇ ਉਦੋਂ ਹੀ ਤਕਰੀਬਨ 95 ਦੇ ਵਿੱਚ, ਸੋਰੀ ਉਹ ਤੋਂ 1 ਸਾਲ ਪਹਿਲਾਂ, ਆਲਮੋਸਟ 93 ਦੇ ਵਿੱਚ ਹੀ, ਜਿਹੜੀ BC ਦੀ ਉਦੋਂ ਗੌਰਮੈਂਟ ਸੀ, NDP ਗੌਰਮੈਂਟ, ਉਹਨਾਂ ਨੇ ਜਿਹੜੀ ਨਵੀਂ ਪਾਲਿਸੀ ਬਣਾਉਣੀ ਸੀਗੀ, ਲੈਂਗੁਏਜ ਪਾਲਿਸੀ, ਜਿਹੜੀ ਉਹਨਾਂ ਨੇ ਸ਼ਾਇਦ 1949 ਤੋਂ ਬਾਅਦ, ਮਤਲਬ BC ਦੇ ਵਿੱਚ ਉਹਨਾਂ ਨੇ ਉਹ ਕਿਸੇ ਤਰ੍ਹਾਂ ਵੀ ਉਹ ਅਪਡੇਟ ਨਹੀਂ ਸੀ ਕੀਤੀ, ਅਤੇ ਉਹਨਾਂ ਨੇ ਉਹ ਨਵੀਂ ਪਾਲਿਸੀ ਬਣਾਉਣੀ ਸੀ। ਅਤੇ ਉਹਦੇ ਵਿੱਚ ਇੱਕ ਆਪਣਾ ਅਧਿਆਪਕ ਸਰੀ ਤੋਂ, ਇੰਦਰ ਮੇਟ ਸੀ ਉਹਦਾ ਨਾਂ, ਉਹ ਉਹਨਾਂ ਨੇ ਉੱਥੇ 2 ਸਾਲ ਲਈ ਉਹਨੂੰ ਵਿਕਟੋਰੀਆ ਲੈ ਗਿਆ, ਹੋਰ ਵੀ ਕੁਛ ਅਧਿਆਪਕ ਸੀਗੇ, ਟੀਚਰ ਸੀਗੇ, ਉਹ ਪਾਲਿਸੀ ਤਿਆਰ ਕਰਨੇ ਨੂੰ।
ਤੇ ਉਹ ਜਿਹੜੀ ਪਾਲਿਸੀ ਸੀ ਉਹਦੇ ਵਿੱਚ ਮੇਰਾ ਖਿਆਲ ਇਹ 1992 ਦੀ ਗੱਲ ਆ ਜਾਂ 93 ਦੀ। ਅ, ਇੱਕ ਇੱਥੇ BC ਦੀ ਆਰਗੇਨਾਈਜੇਸ਼ਨ ਸੀਗੀ, BC ਹੈਰੀਟੇਜ ਲੈਂਗੁਏਜ ਐਸੋਸੀਏਸ਼ਨ। ਉਹਨਾਂ ਦੀਆਂ ਮੈਂ ਇੱਕ ਦੋ ਮੀਟਿੰਗਾਂ ਪਹਿਲਾਂ ਵੀ ਅਟੈਂਡ ਕੀਤੀਆਂ ਸੀਗੀਆਂ, ਅਤੇ ਕਿਉਂਕਿ ਮੈਂ UBC ਉਦੋਂ ਇਨਵੋਲਵ ਸੀਗਾ, ਅਤੇ ਉਹਨਾਂ ਨੇ ਮੈਨੂੰ ਉੱਥੋਂ ਇਨਵਾਈਟ ਕਰ ਲੈਂਦੇ ਸੀ। ਅਤੇ ਉਹ ਜਿਹੜੀਆਂ ਇੱਥੇ ਦੀਆਂ ਹੈਰੀਟੇਜ ਲੈਂਗੁਏਜਸ ਹੈਗੀਆਂ ਦੂਜੀਆਂ ਇੰਗਲਿਸ਼ ਅਤੇ ਫਰੈਂਚ ਤੋਂ ਬਿਨਾਂ, ਉਹਨਾਂ ਨੂੰ ਉਹ ਪ੍ਰਮੋਟ ਕਰਨ ਦੀ ਗੱਲ ਕਰਦੇ। ਜ਼ਿਆਦਾ ਤਾਂ ਯੂਰਪੀਅਨ ਪਿਛੋਕੜ ਦੀਆਂ ਉਦੋਂ ਲੈਂਗੁਏਜਸ ਬਾਰੇ ਗੱਲ ਸੁਣਦੀ ਸੀਗੀ। ਅਤੇ ਉੱਥੇ ਡਾਊਨਟਾਊਨ ਉਹਨਾਂ ਦੀ ਕਾਨਫਰੰਸ ਸੀਗੀ ਐਨੂਅਲ ਸ਼ਾਇਦ, ਉੱਥੇ ਇੰਦਰ ਮੇਟ ਆ ਕੇ ਬੋਲਿਆ, ਅਤੇ ਉੱਥੇ ਉਹਨੇ ਇਹ ਗੱਲ ਦੱਸੀ ਕਿ BC ਦੀ ਜਿਹੜੀ ਸਰਕਾਰ ਹੈਗੀ ਉਹ ਨਵੀਂ ਪਾਲਿਸੀ ਬਣਾ ਰਹੀ ਆ, ਅਤੇ ਉਹਦੇ ਵਿੱਚ ਪੋਸੀਬਲ ਆ ਵੀ ਪੰਜਾਬੀ ਵੀ ਸ਼ਾਮਲ ਹੋ ਸਕੇ। ਅਤੇ ਉਹ ਪਾਲਿਸੀ ਇਹ ਸੀਗੀ ਵੀ ਹਰ ਸਟੂਡੈਂਟ ਜਿਹੜਾ BC ਦਾ, ਉਹ ਗ੍ਰੇਡ 5 ਤੋਂ ਗ੍ਰੇਡ 8 ਤੱਕ ਪੰਜਾਬੀ ਪੜ੍ਹੂਗਾ, ਸੌਰੀ ਸੈਕੰਡ ਲੈਂਗੁਏਜ ਪੜ੍ਹੂਗਾ ਇੰਗਲਿਸ਼ ਤੋਂ ਬਾਅਦ। ਅਤੇ ਉਹ ਸੈਕੰਡ ਲੈਂਗੁਏਜ ਜਿਹੜੀ ਆ ਉਹ ਬਾਈ ਡਿਫਾਲਟ ਫਰੈਂਚ ਹੋਊਗੀ। ਪਰ ਜੇ ਕਿਸੇ ਸਕੂਲ ਦੇ ਵਿੱਚ ਜਿਹੜੇ ਪੇਰੈਂਟਸ ਆ ਜਾਂ ਕਮਿਊਨਿਟੀ ਆ, ਉਹ ਕਿਸੇ ਹੋਰ ਲੈਂਗੁਏਜ ਦੂਜੀਆਂ ਜਿਹੜੀਆਂ 5 ਲੈਂਗੁਏਜਸ ਹੈਗੀਆਂ, ਇਹਨਾਂ ਦੀ ਡਿਮਾਂਡ ਕਰਦੇ ਆ, ਤਾਂ ਉਹ ਵੀ ਉੱਥੇ ਪੜ੍ਹਾਈ ਜਾ ਸਕਦੀ ਆ। ਸੋ ਅਸੀਂ ਕੋਸ਼ਿਸ਼ ਕੀਤੀ ਵੈਨਕੂਵਰ ਦੇ ਵਿੱਚ 2 ਐਲੀਮੈਂਟਰੀ ਸਕੂਲਾਂ ਦੇ ਵਿੱਚ। ਉੱਥੇ ਡਿਡਨਟ ਵਰਕ। ਸਾਡੇ ਇੱਥੇ ਬਰਨਬੀ ਦੇ ਵਿੱਚ ਉਸ ਵੇਲੇ ਇੰਨੀ ਕੋਈ ਪਾਪੂਲੇਸ਼ਨ ਕਿਸੇ ਇੱਕ ਥਾਂ ਨਹੀਂ ਸੀਗੀ ਐਲੀਮੈਂਟਰੀ ਸਕੂਲ ਜੋਗੀ। ਪਰ ਹਾਈ ਸਕੂਲ ਦੇ ਵਿੱਚ ਜਿਹੜੀ ਉਹ ਉੱਥੇ ਤਕਰੀਬਨ ਉਦੋਂ ਮੇਰਾ ਖਿਆਲ ਕੋਈ 86 ਜਾਂ 90 ਸਟੂਡੈਂਟ ਸੀਗੇ ਪੰਜਾਬੀ ਪਿਛੋਕੜ ਦੇ ਬਰਨਬੀ ਸਾਊਥ ਦੇ ਵਿੱਚ। ਉਹਨਾਂ ਦੇ ਵਿੱਚੋਂ 60 ਸਟੂਡੈਂਟਸ ਨੇ ਇੰਟਰਸਟ ਸ਼ੋਅ ਕਰ ਦਿੱਤਾ ਵੀ ਅਸੀਂ ਪੰਜਾਬੀ ਪੜ੍ਹਾਂਗੇ। ਸੋ ਅਸੀਂ ਉਦੋਂ ਮਤਲਬ ਪਹਿਲੀ ਵਾਰੀ ਜਿਹੜੀ ਉਹ ਪੰਜਾਬੀ ਇੱਥੇ ਸ਼ੁਰੂ ਹੋਈ ਬਰਨਬੀ ਸਾਊਥ ਦੇ ਵਿੱਚ। ਅਤੇ ਫਿਰ ਅਸੀਂ ਮੋਬਰਲੀ ਸਕੂਲ ਜਿਹੜਾ ਵੈਨਕੂਵਰ ਆ, ਉੱਥੇ ਐਲੀਮੈਂਟਰੀ ਸਕੂਲ ਦੇ ਵਿੱਚ ਵੀ ਸ਼ੁਰੂ ਕਰਵਾਈ। ਪਰ ਸਾਨੂੰ ਜ਼ਿਆਦਾ ਜਿਹੜੀ ਪ੍ਰੋਬਲਮ ਉਹ ਸਰੀ ਦੇ ਵਿੱਚ ਆਈ, ਜਿਹੜੀ ਉਹਨੂੰ ਲਾਗੂ ਕਰਾਉਣ ਦੇ ਵਿੱਚ। ਉਹ ਸਾਨੂੰ ਪਹਿਲਾਂ ਉਹਨਾਂ ਨੇ ਸਾਨੂੰ ਸਿੱਧਾ ਇਹ ਕਿਹਾ ਵੀ ਤੁਸੀਂ ਇਫ ਕਮਿਊਨਿਟੀ ਵਾਂਟਸ ਟੂ ਟੀਚ ਪੰਜਾਬੀ ਦੇ ਸ਼ੁੱਡ ਪੇ ਫੋਰ ਇਟ। ਅਤੇ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਪਾਲਿਸੀ ਆਪਣੀ ਦੇਖੋ, ਇਹਨੂੰ ਵੀ ਆਰਗੂ ਵਿਦ ਦੈਮ, ਅਤੇ ਅਸੀਂ ਸਾਡੇ ਬੱਚੇ ਜਿਹੜੇ ਆ ਉਹ ਮੈਥਸ, ਫਿਜ਼ਿਕਸ ਜਾਂ ਕੈਮਿਸਟਰੀ ਪੜ੍ਹਨ ਲਈ ਪੈਸੇ ਨਹੀਂ ਦੇ ਰਹੇ, ਨਾ ਇੰਗਲਿਸ਼ ਪੜ੍ਹਨ ਲਈ ਪੈਸੇ, ਨਾ ਫਰੈਂਚ ਲਈ। ਪੰਜਾਬੀ ਲਈ ਕਿਉਂ ਇਹ ਵੀ ਮਤਲਬ ਹਿੱਸਾ ਹੈਗਾ। ਐਨ ਦੇ ਜਸਟ ਥੋੜ੍ਹੀ ਦੇਰ ਸਾਨੂੰ ਇਗਨੋਰ ਕਰਦੇ ਰਹੇ। ਪਰ ਫਿਰ ਉਹਨਾਂ ਨੂੰ ਇਵੈਂਚੁਅਲੀ ਉਹਨਾਂ ਨੂੰ ਉਹ ਪੰਜਾਬੀ ਜਿਹੜੀ ਲਾਗੂ ਕਰਨੀ ਪਈ। ਸਮੱਸਿਆ ਇਹ ਸੀਗੀ ਕਿ ਜਿਹੜੀ ਉਸ ਵੇਲੇ ਜਿਹੜੇ ਮਿਡਲ ਸਕੂਲ ਸੀ ਉਹ ਤਕਰੀਬਨ ਖਤਮ ਹੋ ਰਹੇ ਸੀਗੇ। ਸੋ ਜਿਹੜੇ ਐਲੀਮੈਂਟਰੀ ਸਕੂਲ ਆ ਉਹ ਗ੍ਰੇਡ 7 ਤੱਕ ਜਾਂਦੇ ਆ। ਸੋ ਬਹੁਤ ਸਾਰੇ ਸਕੂਲ ਜਿਹੜੇ ਆ ਉਹ ਜਿੱਥੇ ਬੱਚੇ ਸੀਗੇ ਵੀ, ਉਹ ਇਸ ਕਰਕੇ ਨਹੀਂ ਸੀ ਸ਼ੁਰੂ ਕਰਦੇ ਵੀ ਜਿਹੜਾ ਗ੍ਰੇਡ 8 ਆ ਫਿਰ ਉਹ ਬੱਚੇ ਕਿੱਥੇ ਜਾਣਗੇ ਪੰਜਾਬੀ ਦੇ ਜਿਹੜੇ ਆ। ਹੁਣ ਵੀ ਇਹ ਸਮੱਸਿਆ ਹੈਗੀ ਆ। ਸੋ ਜਿਹੜੇ ਮਤਲਬ ਜੇ ਕੋਈ ਸਕੂਲ ਹਾਈ ਸਕੂਲ ਜਿਹੜਾ ਮੋਹਰੇ ਲਾਗੇ ਸੀਗਾ ਜਿੱਥੇ ਪੰਜਾਬੀ ਉਹ ਆਫਰ ਕਰਦੇ ਸੀ, ਉਹਨਾਂ ਸਕੂਲਾਂ ਦੇ ਵਿੱਚ ਉਹਨਾਂ ਨੇ ਸ਼ੁਰੂ ਦੇ ਵਿੱਚ 3 ਸਕੂਲਾਂ ਦੇ ਵਿੱਚ ਮੇਰਾ ਖਿਆਲ ਉਹਨਾਂ ਨੇ ਪੰਜਾਬੀ ਜਿਹੜੀ ਐਲੀਮੈਂਟਰੀ ਪੱਧਰ ਦੇ ਉੱਤੇ ਲਾਗੂ ਕੀਤੀ। ਪਰ ਆਫਟਰ 2-3 ਸਾਲ ਸਾਨੂੰ ਲੱਗ ਗਿਆ ਤਕਰੀਬਨ ਉੱਥੇ 98-99 ਜਾ ਕੇ ਮੇਰਾ ਖਿਆਲ ਸ਼ਾਇਦ ਉਦੋਂ ਵੀ ਲੇਟ ਸ਼ੁਰੂ ਹੋਈ ਸਰੀ ਦੇ ਵਿੱਚ ਤਾਂ। ਸੋ ਉਸ ਤੋਂ ਬਾਅਦ ਰਿਚਮੰਡ ਦੇ ਵਿੱਚ ਵੀ ਚੱਲਦੀ ਰਹੀਆਂ ਦੋ ਸਕੂਲਾਂ ਦੇ ਵਿੱਚ ਕਾਫੀ ਲੰਮਾ ਸਮਾਂ ਕਲਾਸਾਂ। ਅਤੇ ਨਿਊ ਵੈਸਟ ਵੀ ਬਰਨਬੀ ਦੇ ਵਿੱਚ ਉਦੋਂ ਸਾਲ ਬਾਅਦ ਹੀ ਕੁਛ ਟੀਚਰ ਸ਼ਾਇਦ ਇੰਨਾ ਨਹੀਂ ਸੀ ਇੰਟਰਸਟ, ਜਾਂ ਉਹਨੂੰ ਪੰਜਾਬੀ ਨਹੀਂ ਸੀ ਆਉਂਦੀ, ਉਹ ਜਿਹੜੇ ਸਟੂਡੈਂਟ ਸੀ ਦੇ ਲੋਸਟ ਇੰਟਰਸਟ ਆਫਟਰ 1 ਈਅਰ। ਸੋ ਉਹ ਬਹੁਤ ਸਾਲਾਂ ਬਾਅਦ ਫਿਰ ਜਾ ਕੇ ਮੇਰਾ ਖਿਆਲ 2005-6 ਦੇ ਵਿੱਚ ਦੁਬਾਰਾ ਸ਼ੁਰੂ ਹੋਈ। ਹੁਣ ਚੱਲਦੀ ਹੈ ਕਲਾਸ ਉੱਥੇ ਬਰਨਬੀ ਸਾਊਥ ਦੇ ਵਿੱਚ। ਇੱਦਾਂ ਹੀ ਐਬਸਫੋਰਡ ਉੱਥੇ ਵੀ ਕਲਾਸਾਂ ਸ਼ੁਰੂ ਹੋਈਆਂ। ਉੱਥੇ ਸਾਡੇ ਨਾਲ ਇੱਕ ਟੀਚਰ ਇਨਵੋਲਵ ਹੁੰਦੀ ਸੀਗੀ ਸਾਡੀ ਜਥੇਬੰਦੀ ਦੇ ਵਿੱਚ, ਜਿਹੜੀ ਬਾਅਦ ਦੇ ਵਿੱਚ ਅਸੀਂ ਉਹਨੂੰ ਪਲੀ ਬਣਾਇਆ ਤਕਰੀਬਨ ਆਈ ਥਿੰਕ 98-97 ਦੇ ਦੁਆਲੇ। ਅਤੇ ਉਹ ਫਿਰ ਅਸੀਂ ਪਲੀ ਦੇ ਥੱਲੇ ਜ਼ਿਆਦਾ ਜਿਹੜਾ ਉਹ ਕੰਮ ਕੀਤਾ, ਉਹ ਪਾਲਿਸੀ ਲਾਗੂ ਕਰਾਉਣ, ਜਿਹੜਾ ਅਜੇ ਵੀ ਕੰਟੀਨਿਊ ਆ।